ਨਮਸਕਾਰ ਦੇਵਿਓ ਅਤੇ ਸੱਜਣੋ, ਆਲ ਇੰਡੀਆ ਰੇਡੀਓ ਦੇ ਵਕਾਰੀ ਸਰਦਾਰ ਪਟੇਲ ਮੈਮੋਰੀਅਲ ਲੈਕਚਰ ਵਿੱਚ ਆਪਣੇ ਵਿਚਾਰ ਪ੍ਰਗਟ ਕਰਨਾ ਮੇਰੇ ਲਈ ਬੜੇ ਸਨਮਾਨ ਦੀ ਗੱਲ ਹੈ। ਜਿਸ ਪ੍ਰੋਗਰਾਮ ਨਾਲ ਲੋਹ ਪੁਰਸ਼ ਸਰਦਾਰ ਪਟੇਲ ਦਾ ਨਾਂ ਜੁੜਿਆ ਹੋਵੇ ਉਹ ਆਪਣੇ ਆਪ ਵਿੱਚ ਹੀ ਮਹੱਤਵਪੂਰਨ ਹੋ ਜਾਂਦਾ ਹੈ। Today, as we celebrate the National Unity Day, a proud nation salutes Sardar Patel, the architect of United India, a man with the nerves of steel whose pragmatism, grit and determination ensured the integration of more than 500 princely states with independent India. ਭੈਣੋ ਤੇ ਭਰਾਵੋ, ਅੱਜ ਜਿਹੜਾ ਨਵਾਂ ਭਾਰਤ ਖੜਾ ਹੈ ਜੋ ਆਪਣੇ ਮਜ਼ਬੂਤ ਕਦਮਾਂ ਨਾਲ ਲਗਾਤਾਰ ਨਵੇਂ ਰਿਕਾਰਡ ਬਣਾ ਰਿਹਾ ਹੈ, ਉਸ ਦੀ ਨੀਂਹ ਤੇ ਸਰਦਾਰ ਪਟੇਲ ਦੀ ਲੋਹੇ ਵਰਗੀ ਸੋਚ ਹੈ। ਕਲਪਨਾ ਕਰੋ, ਜੇਕਰ ਉਹ ਨਾ ਹੁੰਦੇ ਤਾਂ ਭਾਰਤ ਸੈਂਕੜੇ ਰਿਆਸਤਾਂ ਵਿੱਚ ਕਿਵੇਂ ਟੁਕੜੇ ਹੋ ਜਾਂਦਾ। ਇਹ ਉਸ ਲੋਹ ਪੁਰਸ਼ ਦੀ ਸਟੀਲ ਸੋਚ ਦਾ ਹੀ ਕਮਾਲ ਸੀ ਕਿ ਅੱਜ ਅਨੁਦਿਕ ਭਾਰਤ ਦੁਨੀਆ ਦੇ ਸਾਹਮਣੇ ਸ਼ਾਨਦਾਰ ਤਰੀਕੇ ਨਾਲ ਖੜਾ ਹੈ। ਸਰਦਾਰ ਪਟੇਲ ਇੱਕ ਦੂਰ ਅੰਦੇਸ਼ੀ ਸਨ। ਅੱਜ ਭਾਰਤ ਪੰਜ ਪ੍ਰਾਣ ਦਾ ਸਨਮਾਨ ਕਰਨ 'ਚ ਰੁੱਝਿਆ ਹੋਇਆ ਹੈ। ਕੁਝ ਅਜਿਹਾ ਹੀ ਸਰਦਾਰ ਪਟੇਲ ਨੇ ਆਜ਼ਾਦੀ ਤੋਂ ਬਾਅਦ ਏਕੀਕਰਨ ਲਈ ਕੀਤਾ ਸੀ। ਪਟੇਲ ਦੇ ਇੱਕ ਭਾਰਤ ਦੇ ਸੰਕਲਪ ਨੂੰ ਸਹੀ ਅਰਥਾਂ 'ਚ ਨਰਿੰਦਰ ਮੋਦੀ ਵਾਲੀ ਅਗਵਾਈ ਵਾਲੀ ਸਰਕਾਰ ਨੇ ਸ੍ਰੇਸ਼ਟ ਭਾਰਤ ਦੀ ਸੋਚ ਵਿੱਚ ਬਦਲ ਦਿੱਤਾ ਹੈ। ਭਾਰਤ ਨੂੰ ਸਰਵੋਤਮ ਬਣਾਉਣ ਵਿੱਚ ਪਟੇਲ ਦੇ ਯੋਗਦਾਨ ਨੂੰ ਸਹੀ ਢੰਗ ਨਾਲ ਦੇਸ਼ ਤੱਕ ਨਹੀਂ ਪਹੁੰਚਾਇਆ ਗਿਆ। ਅਤੀਤ ਵਿੱਚ ਸਿਰਫ ਇੱਕ ਹੀ ਪਰਿਵਾਰ ਸੀ। ਉਹਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਗਿਆ ਜਿਵੇਂ ਸਾਰੀ ਆਜ਼ਾਦੀ ਦੀ ਲਹਿਰ ਇੱਕੋ ਪਰਿਵਾਰ ਨੇ ਲੜੀ ਸੀ। ਪਰ ਇਤਿਹਾਸ ਗਵਾਹ ਹੈ, ਜਿਸ ਥਾਂ ਤੇ ਉਸ ਪਰਿਵਾਰ ਨੇ ਹੱਥ ਪਾਇਆ ਉਹ ਹਿੱਸਾ ਸਹੀ ਅਰਥਾਂ ਵਿੱਚ ਦੇਸ਼ ਦਾ ਹਿੱਸਾ ਨਹੀਂ ਬਣ ਸਕਿਆ। ਜੰਮੂ ਕਸ਼ਮੀਰ ਦੇ ਹਾਲਾਤ ਇਸ ਦੀ ਮਿਸਾਲ ਬਣ ਚੁੱਕੇ ਹਨ। ਜੰਮੂ ਕਸ਼ਮੀਰ ਦਾ ਰਲੇਵਾਂ ਦੇਸ਼ ਪਟੇਲ ਨੂੰ ਵਾਰ-ਵਾਰ ਯਾਦ ਕਰਦਾ ਹੈ। ਵਿਸ਼ੇਸ਼ ਤੌਰ ਤੇ ਜੰਮੂ ਕਸ਼ਮੀਰ ਦੇ ਵਿਲੇਹ ਨੂੰ ਲੈ ਕੇ, ਜਿਸ ਦੀ ਜ਼ਿੰਮੇਵਾਰੀ ਉਦੋਂ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ ਲਈ ਸੀ। ਇਸ ਮੁੱਦੇ ਤੇ ਦੋਵਾਂ ਦੇ ਵਿਚਾਰਾਂ ਤੇ ਲਗਾਤਾਰ ਬਹਿਸ ਹੋ ਰਹੀ ਹੈ। ਸੰਵਿਧਾਨ ਦੀ ਧਾਰਾ 370 ਜੰਮੂ ਕਸ਼ਮੀਰ ਦੇ ਭਾਰਤ ਵਿੱਚ ਅਸਲ ਏਕੀਕਰਨ ਵਿੱਚ ਵੱਡੀ ਰੁਕਾਵਟ ਰਹੀ ਹੈ। Ladies and gentlemen, today we are connected through the medium of All India Radio. What will be the role of India's public broadcaster in future India? What will be its form and shape? For this, also the foundation was laid by none other than Sardar Patel. Media is revered as the fourth pillar of democracy. This is also the contribution of Sardar Patel. Shaping up the media policy of independent India has been one of the major contributions. He was also the first information and broadcasting minister of the country. Today, as the information broadcasting minister, I can say Sardar Patel's vision is reflected in the role of Prasar Bharati, India's public broadcaster as well. The Iron Man of India was a firm believer that radio is the vehicle of national unity. ਤੁਸੀਂ ਜਾਣਦੇ ਹੋ ਕਿ ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਸਿਰਫ 9 ਰੇਡੀਓ ਸਟੇਸ਼ਨ ਸਨ। ਭਾਰਤ ਦੀ ਵੰਡ ਤੋਂ ਬਾਅਦ ਸਿਰਫ 6 ਦਿੱਲੀ, ਮਦਰਾਸ, ਬੰਬੇ, ਕਲਕੱਤਾ, ਲਖਨਊ ਤੇ ਤ੍ਰਿਚਾਪਲੀ ਭਾਰਤ ਦੇ ਹਿੱਸੇ ਆਏ। ਇਹ ਪਟੇਲ ਸਨ। ਉਦੋਂ ਕੌਣ ਸਨ? ਰੇਡੀਓ ਦੇ ਤੇਜ਼ੀ ਨਾਲ ਵਿਸਥਾਰ ਦੀ ਯੋਜਨਾ ਬਣਾਈ ਗਈ ਸੀ ਤੇ ਇਸ ਦੇ ਤਹਿਤ ਆਜ਼ਾਦ ਭਾਰਤ ਵਿੱਚ 4 ਨਵੰਬਰ 1948 ਨੂੰ ਨਾਗਪੁਰ ਵਿੱਚ ਆਜ਼ਾਦ ਭਾਰਤ ਦਾ ਪਹਿਲਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਗਿਆ ਸੀ। ਆਇਰਨ ਮੈਨ ਦੇ ਨਿਰਦੇਸ਼ਨ ਹੇਠ ਜਲੰਧਰ, ਜੰਮੂ, ਪਟਨਾ, ਕਟਕ, ਗੁਹਾਟੀ, ਨਾਗਪੁਰ, ਵਿਜੇਵਾੜਾ, ਸ੍ਰੀਨਗਰ, ਇਲਾਹਾਬਾਦ, ਅਹਿਮਦਾਬਾਦ, ਧਾਰਵਾੜ ਤੇ ਕੋਜ਼ੀਕੋਡ ਵਿੱਚ ਰੇਡੀਓ ਸਟੇਸ਼ਨ ਸਥਾਪਿਤ ਕੀਤੇ ਗਏ। ਪਟੇਲ ਰੇਡੀਓ ਨੂੰ ਵਿਦੇਸ਼ੀ ਕੂਟਨੀਤੀ ਦਾ ਇੱਕ ਵੱਡਾ ਸਾਧਨ ਮੰਨਦੇ ਸਨ। ਇਸ ਲਈ ਉਹਨਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚ ਰੇਡੀਓ ਪ੍ਰਸਾਰਣ ਦੀ ਯੋਜਨਾ ਬਣਾਈ। ਆਜ਼ਾਦੀ ਤੋਂ ਪਹਿਲਾਂ ਵਿਦੇਸ਼ੀ ਪ੍ਰਸਾਰਣ ਕੇਵਲ ਪਸ਼ਤੋ ਵਿੱਚ ਹੁੰਦਾ ਸੀ। ਅੱਜ ਆਕਾਸ਼ਵਾਣੀ ਦਾ ਵਿਦੇਸ਼ੀ ਸੇਵਾ ਵਿਭਾਗ 12 ਭਾਸ਼ਾਵਾਂ ਵਿੱਚ ਸਰਦਾਰ ਪਟੇਲ ਦੀ ਪ੍ਰੇਰਣਾ ਨਾਲ 12 ਵਿਦੇਸ਼ੀ ਭਾਸ਼ਾਵਾਂ ਵਿੱਚ ਪ੍ਰਸਾਰ ਕਰ ਰਿਹਾ ਹੈ। ਸਰਦਾਰ ਪਟੇਲ ਦੀ ਪ੍ਰੇਰਣਾ ਨਾਲ 12 ਵਿਦੇਸ਼ੀ ਭਾਸ਼ਾਵਾਂ ਦਾ ਪ੍ਰਸਾਰ ਕਰ ਰਿਹਾ ਹੈ, ਜਿਸ ਰਾਹੀਂ ਵਿਸ਼ਵ ਭਰ ਵਿੱਚ ਭਾਰਤੀ ਸੰਸਕ੍ਰਿਤੀ ਤੇ ਖਬਰਾਂ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਰੇਡੀਓ ਦੀ ਭੂਮਿਕਾ ਨੂੰ ਉਹ ਕਿਵੇਂ ਦੇਖਦੇ ਸੀ, ਇਸ ਦੇ ਲਈ ਤੁਸੀਂ ਦੇਖ ਸਕਦੇ ਹੋ ਨਾਗਪੁਰ ਰੇਡੀਓ ਸਟੇਸ਼ਨ ਦੇ ਉਦਘਾਟਨ ਮੌਕੇ ਉਹਨਾਂ ਦਾ ਭਾਸ਼ਣ ਸੁਣ ਸਕਦੇ ਹੋ। 4 ਨਵੰਬਰ 1948 ਨੂੰ
ਇਸ ਰੇਡੀਓ ਸਟੇਸ਼ਨ ਦਾ ਉਦਘਾਟਨ ਕਰਦੇ ਹੋਏ ਪਟੇਲ ਨੇ ਕਿਹਾ ਸੀ, ਮੇਰਾ ਮੰਨਣਾ ਹੈ ਕਿ ਆਲ ਇੰਡੀਆ ਰੇਡੀਓ ਸੰਚਾਰ ਦਾ ਸਭ ਤੋਂ ਸ਼ਕਤੀਸ਼ਾਲੀ ਤੇ ਭਰੋਸੇਮੰਦ ਮਾਧਿਅਮ ਹੈ। ਰੇਡੀਓ ਦੇਸ਼ ਦੀ ਏਕਤਾ ਤੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗਾ। ਰੇਡੀਓ ਦੇ ਇਸ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੇ ਤੇਜ਼ੀ ਨਾਲ ਵਿਸਥਾਰ ਦੀ ਯੋਜਨਾ ਬਣਾਈ ਗਈ ਹੈ। ਇਸ ਲਈ ਲੋੜੀਂਦਾ ਤਕਨੀਕੀ ਸਮਾਨ ਵਿਦੇਸ਼ਾਂ ਤੋਂ ਮੰਗਵਾਇਆ ਜਾ ਰਿਹਾ ਹੈ। ਇਨ੍ਹਾਂ ਵਸਤਾਂ ਦੀ ਆਮਦ ਵਿੱਚ ਦੇਰੀ ਹੋਵੇਗੀ, ਫਿਰ ਵੀ ਰੇਡੀਓ ਦਾ ਤੇਜ਼ੀ ਨਾਲ ਵਿਸਥਾਰ ਕੀਤਾ ਜਾਵੇਗਾ। ਇਸ ਮੌਕੇ ਮੈਂ ਜਾਗਰੂਕ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਰੇਡੀਓ ਰਾਹੀਂ ਆਮ ਲੋਕਾਂ ਨੂੰ ਸੁਖਾਲਾ ਬਣਾਉਣ ਲਈ ਯਤਨ ਕਰਨ। ਭੈਣੋ ਤੇ ਭਰਾਵੋ, ਸਰਦਾਰ ਪਟੇਲ ਬਹੁਤ ਦੂਰ ਅੰਦੇਸ਼ੀ ਸਨ। ਇਹ ਦੇਸ਼ ਦੀ ਬਦਕਿਸਮਤੀ ਸੀ ਕਿ ਉਹਨਾਂ ਨੂੰ ਆਜ਼ਾਦ ਭਾਰਤ ਨੂੰ ਸਜਾਉਣ ਦਾ ਮੌਕਾ ਘੱਟ ਹੀ ਮਿਲਿਆ। ਆਜ਼ਾਦੀ ਤੋਂ ਤੁਰੰਤ ਬਾਅਦ ਉਸ ਸਮੇਂ ਦੇ ਨੇਤਾਵਾਂ ਨੇ ਚੀਨ ਨੂੰ ਲੈ ਕੇ ਕੁਝ ਗਲਤੀਆਂ ਕੀਤੀਆਂ। ਸਰਦਾਰ ਪਟੇਲ ਸਮਝ ਰਹੇ ਸਨ, ਉਹ ਚੀਨ ਦੇ ਭਵਿੱਖ ਦਾ ਖਤਰਾ ਦੇਖ ਰਹੇ ਸਨ। ਇਹ ਵੱਖਰੀ ਗੱਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੀਆਂ ਫੌਜਾਂ ਨੇ ਚੀਨ ਨੂੰ ਇੱਕ ਜ਼ਬਰਦਸਤ ਜਵਾਬ ਦਿੱਤਾ ਹੈ। ਇਸ ਮੌਕੇ ਤੇ ਸਰਦਾਰ ਪਟੇਲ ਦੇ ਉਹਨਾਂ ਸ਼ਬਦਾਂ ਨੂੰ ਸਾਨੂੰ ਯਾਦ ਕਰਨਾ ਚਾਹੀਦਾ ਹੈ ਜੋ ਉਹਨਾਂ ਨੇ ਚੀਨ ਦੀਆਂ ਨੀਤੀਆਂ ਬਾਰੇ ਕਹੇ ਸਨ। 7 ਨਵੰਬਰ 1948 ਨੂੰ ਉਹਨਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਚਿੱਠੀ ਲਿਖੀ ਸੀ। ਮੈਂ ਇਸ ਚਿੱਠੀ ਦੇ ਕੁਝ ਅੰਸ਼ ਦੇ ਰਿਹਾ ਹਾਂ। ਪਟੇਲ ਨੇ ਚਿੱਠੀ 'ਚ ਲਿਖਿਆ ਸੀ, ਚੀਨੀ ਸਰਕਾਰ ਨੇ ਸ਼ਾਂਤੀਪੂਰਨ ਇਰਾਦਿਆਂ ਦੇ ਐਲਾਨਾਂ ਨਾਲ ਸਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਫਸੋਸ ਦੀ ਗੱਲ ਇਹ ਹੈ ਕਿ ਤਿੱਬਤੀਆਂ ਨੇ ਸਾਡੇ ਤੇ ਭਰੋਸਾ ਕੀਤਾ ਤੇ ਸਾਡੇ ਮਾਰਗਦਰਸ਼ਨ ਤੇ ਚੱਲਣ ਦੀ ਚੋਣ ਕੀਤੀ ਤੇ ਅਸੀਂ ਉਹਨਾਂ ਨੂੰ ਚੀਨੀ ਕੂਟਨੀਤੀ ਦੇ ਜਾਲ ਤੋਂ ਬਾਹਰ ਕੱਢਣ 'ਚ ਅਸਮਰੱਥ ਰਹੇ ਹਾਂ। ਇਤਿਹਾਸ ਗਵਾਹ ਹੈ ਕਿ ਉਹਨਾਂ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਫਿਰ 1962 ਵਿੱਚ ਜੋ ਹੋਇਆ ਇਹ ਇਤਿਹਾਸ ਵਿੱਚ ਦਰਜ ਹੈ। ਪਰ ਹੁਣ ਸਥਿਤੀ ਬਦਲ ਗਈ ਹੈ। ਸਾਡੀ ਸਰਕਾਰ ਨੂੰ ਪਟੇਲ ਦੇ ਇਹ ਸ਼ਬਦ ਹਰ ਪਲ ਯਾਦ ਹਨ। ਇਹੀ ਕਾਰਨ ਹੈ ਕਿ ਕੋਈ ਵੀ ਹੁਣ ਭਾਰਤ ਵੱਲ ਦੇਖਣ ਦੀ ਹਿੰਮਤ ਨਹੀਂ ਕਰ ਸਕਦਾ। ਦੋਸਤੋ, ਸਰਦਾਰ ਪਟੇਲ ਦੇ ਹੁੰਦਿਆਂ ਹੀ ਹੈਦਰਾਬਾਦ ਵਿੱਚ ਦਹਿਸ਼ਤ ਦੀ ਸਾਜ਼ਿਸ਼ ਰਚੀ ਗਈ ਅਤੇ ਅੱਗੇ ਨਕਸਲਵਾਦ ਵੀ ਦੇਸ਼ ਲਈ ਇੱਕ ਵੱਡੀ ਸਮੱਸਿਆ ਦੇ ਰੂਪ ਵਿੱਚ ਉੱਭਰਿਆ। ਜੰਮੂ ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਤੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਖੱਬੇ ਪੱਖੀ ਕੱਟੜਪੰਥ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਹੈ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਗੁੰਮਰਾਹ ਕਰਨ ਤੋਂ ਬਚਾਉਣਾ ਹੈ ਅਤੇ ਦੇਸ਼ ਦੇ ਹਰ ਨਾਗਰਿਕ ਨੂੰ ਅੱਤਵਾਦੀਆਂ ਤੋਂ ਬਚਾਉਣ ਲਈ ਅਸੀਂ ਗੰਭੀਰ ਕਦਮ ਚੁੱਕ ਰਹੇ ਹਾਂ। ਇਸ ਦਾ ਅਸਰ ਇਹ ਹੋਇਆ ਹੈ ਕਿ ਹੁਣ ਖੱਬੇ ਪੱਖੀ ਕੱਟੜਵਾਦ ਕਾਬੂ ਹੇਠ ਹੈ। ਇਸ ਦਾ ਦਾਇਰਾ ਲਗਾਤਾਰ ਸੁੰਗੜਦਾ ਜਾ ਰਿਹਾ ਹੈ। ਸਤੰਬਰ ਦੇ ਮਹੀਨੇ ਅਸੀਂ ਦੇਖਿਆ ਕਿ ਕਿਵੇਂ ਝਾਰਖੰਡ ਅਤੇ ਛੱਤੀਸਗੜ੍ਹ ਦੀ ਸਰਹੱਦ ਤੇ ਸੁਰੱਖਿਆ ਬਲਾਂ ਨੇ ਖੱਬੇ ਪੱਖੀ ਅੱਤਵਾਦ ਮੁਕਤ ਭਾਰਤ ਦੀ ਕਲਪਨਾ ਕੀਤੀ। ਸੀਆਰਪੀਐਫ ਦੇ ਜਵਾਨਾਂ ਨੇ ਮਾਓਵਾਦੀ ਕੱਟੜਪੰਥੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਜੰਮੂ ਕਸ਼ਮੀਰ ਦਾ ਅੱਤਵਾਦ ਵੀ ਹੁਣ ਕੰਟਰੋਲ ਵਿੱਚ ਹੈ। ਇਸ ਕਾਰਨ ਸੂਬੇ 'ਚ ਨਿਵੇਸ਼ ਵਧਿਆ ਹੈ। ਪਰ ਅੱਤਵਾਦ ਤੇ ਸਾਡੀ ਸਰਕਾਰ ਦੀਆਂ ਕਾਰਵਾਈਆਂ ਨੇ ਜੰਮੂ ਕਸ਼ਮੀਰ ਦੇ ਲੋਕਾਂ 'ਚ ਨਵਾਂ ਵਿਸ਼ਵਾਸ ਪੈਦਾ ਕੀਤਾ ਹੈ। ਲੋਕ ਸਰਕਾਰ ਦੇ ਨਾਲ ਖੜੇ ਹਨ। ਇੱਥੇ ਆਮ ਜਨਜੀਵਨ ਪਟੜੀ ਤੇ ਵਾਪਸ ਆ ਰਿਹਾ ਹੈ। ਕੁਝ ਸਾਲ ਪਹਿਲਾਂ ਤੱਕ ਜੰਮੂ ਕਸ਼ਮੀਰ ਵਿੱਚ ਤਿਰੰਗਾ ਫਹਿਰਾਉਣਾ ਸੋਚਣਾ ਵੀ ਮੁਸ਼ਕਿਲ ਸੀ। ਪਰ ਅੱਤਵਾਦ ਤੇ ਸਾਡੀ ਸਰਕਾਰ ਦੀਆਂ ਕਾਰਵਾਈਆਂ ਨੇ ਜੰਮੂ ਕਸ਼ਮੀਰ ਦੇ ਲੋਕਾਂ 'ਚ ਨਵਾਂ ਵਿਸ਼ਵਾਸ ਪੈਦਾ ਕੀਤਾ ਹੈ। ਲੋਕ ਸਰਕਾਰ ਦੇ ਨਾਲ ਖੜੇ ਹਨ। ਪ੍ਰਧਾਨ ਮੰਤਰੀ ਨੇ ਜਦੋਂ ਇਸ ਸਾਲ 15 ਅਗਸਤ ਨੂੰ ਹਰ ਘਰ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਸੀ, ਜੰਮੂ ਕਸ਼ਮੀਰ ਦੇ ਲੋਕ ਵੀ ਇਸ ਵਿੱਚ ਪੂਰੇ ਜੋਸ਼ ਨਾਲ ਸ਼ਾਮਲ ਹੋਏ। ਅਸੀਂ ਕਹਿ ਸਕਦੇ ਹਾਂ ਕਿ ਕੌਮੀ ਏਕਤਾ ਦੇ ਨਿਰਮਾਤਾ ਲੋਹ ਪੁਰਸ਼ ਨੂੰ ਸਾਡੀ ਸਰਕਾਰ ਦੀ ਇਹ ਨਿਮਰਤਾਪੂਰਨ ਸ਼ਰਧਾਂਜਲੀ ਹੈ। ਭੈਣੋ ਤੇ ਭਰਾਵੋ, ਆਜ਼ਾਦੀ ਦੇ ਕੁਝ ਸਾਲਾਂ ਬਾਅਦ ਉੱਤਰ ਪੂਰਬੀ ਕੱਟੜਪੰਥੀਆਂ ਦੇ ਨਿਸ਼ਾਨੇ ਤੇ ਰਿਹਾ ਹੈ। ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਸੀ ਕਿ ਉਹ ਧਰਤੀ ਜਿੱਥੋਂ ਭਗਵਾਨ ਕ੍ਰਿਸ਼ਨ ਦੀ ਪਤਨੀ ਰੁਕਮਣੀ ਆਉਂਦੀ ਹੈ, ਉਸ ਉੱਤਰ ਪੂਰਬ ਦੀ ਧਰਤੀ ਹਿੰਸਾ ਦੇ ਪਰਛਾਵੇਂ ਵਿੱਚ ਪਲ ਰਹੀ ਸੀ। ਸਰਦਾਰ ਪਟੇਲ ਅਗਰ ਹੁੰਦੇ ਤਾਂ ਉੱਤਰ ਪੂਰਬੀ ਰਾਜਾਂ ਵਿੱਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਤੋਂ ਉਹਨਾਂ ਦਾ ਧਿਆਨ ਭਟਕ ਗਿਆ ਹੁੰਦਾ। ਸਾਲ 2014 ਵਿੱਚ ਕੇਂਦਰ ਵਿੱਚ ਸੱਤਾ ਸੰਭਾਲਦਿਆਂ ਹੀ ਨਰਿੰਦਰ ਮੋਦੀ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਪੂਰਬ ਨੂੰ ਸੰਭਾਲ ਕੇ ਉਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਹੈ, ਉੱਥੇ ਅੱਤਵਾਦ ਨੂੰ ਖਤਮ ਕਰਨਾ ਹੈ। ਇਸ ਸਿਲਸਿਲੇ ਵਿੱਚ ਅਸੀਂ ਨਾਗਾ ਸ਼ਾਂਤੀ ਸਮਝੌਤਾ ਕੀਤਾ। ਬੋਡੋਲੈਂਡ ਦੇ ਅੰਦੋਲਨਕਾਰੀਆਂ ਨਾਲ ਸਮਝੌਤਾ ਹੋਇਆ। ਉੱਤਰ ਪੂਰਬ ਨੂੰ ਰੇਲ ਨੈਟਵਰਕ ਨਾਲ ਜੋੜਨ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ। ਇਸ ਦਾ ਅਸਰ ਇਹ ਹੋਇਆ ਕਿ ਉੱਤਰ ਪੂਰਬ ਦੇ ਲੋਕ ਆਪਣੇ ਆਪ ਨੂੰ ਮੁੱਖ ਧਾਰਾ ਨਾਲ ਜੁੜੇ ਮਹਿਸੂਸ ਕਰ ਰਹੇ ਹਨ।
ਸਾਡੀ ਸਰਕਾਰ ਹਰ ਘਰ ਜਲ ਦੀ ਯੋਜਨਾ ਜੋ ਕਿ ਸ਼ੁਰੂ ਕੀਤੀ ਗਈ ਸੀ, ਉੱਤਰ ਪੂਰਬ ਦੇ ਰਾਜਾਂ ਵਿੱਚ ਵੀ ਇਸ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ। ਹੁਣ ਉੱਤਰ ਪੂਰਬ ਦੀਆਂ ਸਾਡੀਆਂ ਮਾਵਾਂ ਭੈਣਾਂ ਨੂੰ ਪਾਣੀ ਲਈ ਪਹਾੜੀਆਂ ਤੋਂ ਹੇਠਾਂ ਨਹੀਂ ਆਉਣਾ ਪਵੇਗਾ। ਹੁਣ ਪਾਣੀ ਉਹਨਾਂ ਦੇ ਘਰ ਆਪੇ ਪਹੁੰਚ ਜਾਵੇਗਾ ਤੇ ਪਹੁੰਚ ਰਿਹਾ ਹੈ। Friends, Sardar Patel played an important role in the making of the Constitution. He had a dream that every citizen of the country should be empowered. He was the first Information Broadcasting Minister of India. It is a privilege that Honorable Prime Minister Shri Narendra Modi has given me the responsibility of this ministry. Sardar Patel wanted to see that every citizen of the country has the basic amenities of life. Under the dynamic leadership of our Prime Minister Narendra Modi, a series of measures has been taken. Banking the unbanked, the initiative of providing the banking facility to every citizen and the resultant financial inclusion has been a success story. Today, we have more than 47 crore Jan Dhan accounts across the country. More than 175 lakh crore rupees of hard-earned savings have been deposited in these accounts. Through these accounts, the benefits of the government schemes are reaching out directly to the people. ਦੋਸਤੋ, ਸਾਡਾ ਦੇਸ਼ ਖੇਤੀ ਕਿਸਾਨੀ ਵਾਲਾ ਰਿਹਾ ਹੈ। ਅੱਜ ਵੀ ਖੇਤੀ ਕਿਸਾਨ ਹੀ ਸਾਡੀ ਆਰਥਿਕਤਾ ਦੀ ਮੁੱਖ ਰੀੜ੍ਹ ਦੀ ਹੱਡੀ ਹੈ, ਪਰ ਕਿਸਾਨਾਂ ਦੀ ਸਹੀ ਮਾਇਨਿਆਂ 'ਚ ਪਰਵਾਹ ਨਹੀਂ ਕੀਤੀ ਗਈ। ਕੇਂਦਰ ਦੀ ਸਰਕਾਰ ਦੀ ਸੱਤਾ ਸੰਭਾਲਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਸਾਨ ਸਨਮਾਨ ਨਿਧੀ ਦੇ ਜ਼ਰੀਏ ਕਿਸਾਨਾਂ ਨੂੰ ਹੁਣ ਤੱਕ 12 ਕਿਸ਼ਤਾਂ ਵਿੱਚ 2,16,000 ਰੁਪਏ ਤੋਂ ਵੱਧ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਜੀ ਹਾਂ, 2,16,000 ਕਰੋੜ ਰੁਪਏ ਤੋਂ ਵੱਧ ਦੀ ਮਦਦ ਜਾਰੀ ਕੀਤੀ ਜਾ ਚੁੱਕੀ ਹੈ। ਇਸ ਨਾਲ ਕਿਸਾਨਾਂ ਦੀ ਜ਼ਿੰਦਗੀ 'ਚ ਖੁਸ਼ਹਾਲੀ ਲਿਆਉਣ ਵਿੱਚ ਮਦਦ ਕੀਤੀ ਜਾ ਰਹੀ ਹੈ। ਸਾਡੀ ਸਰਕਾਰ ਨੇ ਉਦਯੋਗੀਕਰਨ ਨੂੰ ਵਧਾਵਾ ਦੇਣ ਲਈ ਮੇਕ ਇਨ ਇੰਡੀਆ ਅਤੇ ਸਵੈ ਨਿਰਭਰ ਭਾਰਤ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਸੁਪਨਾ ਹੈ ਕਿ ਦੇਸ਼ ਨੂੰ $5 ਟ੍ਰਿਲੀਅਨ ਦੀ ਅਰਥ ਵਿਵਸਥਾ ਬਣਾਉਣਾ। ਇਸ ਦੇ ਲਈ ਸਾਡੀ ਸਰਕਾਰ ਨੇ ਕਈ ਕਦਮ ਚੁੱਕੇ ਹਨ। ਅਸੀਂ ਬੁਨਿਆਦੀ ਸਹੂਲਤਾਂ ਵਿੱਚ ਵਾਧਾ ਕਰਨ ਲਈ 100 ਲੱਖ ਕਰੋੜ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਅੱਜ ਦਾ ਭਾਰਤ ਈਜ਼ ਆਫ ਡੂਇੰਗ ਬਿਜ਼ਨਸ ਤੋਂ ਈਜ਼ ਆਫ ਲਿਵਿੰਗ ਵੱਲ ਵਧ ਰਿਹਾ ਹੈ। ਸਾਡੀ ਸਰਕਾਰ ਨੇ ਵਿਦੇਸ਼ੀ ਨਿਵੇਸ਼ ਸੀਮਾਵਾਂ ਨੂੰ ਸੌਖਾ ਬਣਾਉਣ ਲਈ ਵੀ ਯਤਨ ਕੀਤੇ ਹਨ। ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਕੱਚੇ ਮਾਲ ਤੇ ਕਸਟਮ ਡਿਊਟੀ ਘਟਾਉਣ ਅਤੇ ਤਿਆਰ ਮਾਲ ਤੇ ਦਰਾਮਦ ਕਸਟਮ ਡਿਊਟੀ ਵਧਾਉਣ ਲਈ ਵੀ ਕਦਮ ਚੁੱਕੇ ਗਏ ਹਨ। ਇਸ ਦੇ ਨਾਲ ਹੀ ਨਵੇਂ ਉਦਮੀਆਂ ਅਤੇ ਸਟਾਰਟਅਪਸ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਨੇ ਬੈਂਕਾਂ ਅਤੇ ਹੋਰ ਰਿਣਦਾਤਿਆਂ ਨੂੰ ਉਤਸ਼ਾਹਿਤ ਕਰਨ ਲਈ ਸਾਲਾਨਾ 2,500 ਕਰੋੜ ਰੁਪਏ ਤੋਂ ਵੱਧ ਸ਼ੁਰੂਆਤੀ ਫੰਡ ਸਥਾਪਿਤ ਕੀਤਾ ਹੈ, ਜਿਸ ਨਾਲ ਸਟਾਰਟਅਪਸ ਨੂੰ ਕਰਜ਼ੇ ਮੁਹੱਈਆ ਕਰਾਉਣ ਦੀ ਦਿਸ਼ਾ ਵਿੱਚ ਅੱਗੇ ਵਧਦੇ ਹੋਏ ਕ੍ਰੈਡਿਟ ਗਰੰਟੀ ਵਧੀ ਹੈ। ਨੈਸ਼ਨਲ ਕ੍ਰੈਡਿਟ ਗਰੰਟੀ ਟਰਸਟ ਕੰਪਨੀ ਦੁਆਰਾ ਸਥਾਪਿਤ ਕੀਤਾ ਗਿਆ ਹੈ। SIDBI ਰਾਹੀਂ ਸਾਲਾਨਾ 500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਟਾਰਟਅਪਸ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਪੂੰਜੀ ਲਾਭ ਵਿੱਚ ਛੋਟ ਦਿੱਤੀ ਗਈ ਹੈ। ਸਟਾਰਟਅਪਸ ਦੇ ਮੁਨਾਫਿਆਂ ਨੂੰ 3 ਸਾਲਾਂ ਲਈ ਟੈਕਸਾਂ ਤੋਂ ਛੋਟ ਦਿੱਤੀ ਗਈ ਹੈ। ਸਾਡੀ ਸਰਕਾਰ ਨੇ ਉਹਨਾਂ ਨੂੰ ਬਾਜ਼ਾਰ ਮੁੱਲ ਤੇ ਨਿਵੇਸ਼ ਵਿੱਚ ਟੈਕਸ ਛੋਟ ਵੀ ਦਿੱਤੀ ਹੈ। ਦੋਸਤੋ, ਇਸ ਦਾ ਪ੍ਰਭਾਵ ਇਹ ਹੈ ਕਿ ਅੱਜ ਭਾਰਤ ਅਮਰੀਕਾ ਤੇ ਚੀਨ ਤੋਂ ਬਾਅਦ ਦੁਨੀਆ ਦਾ ਤੀਜਾ ਸਟਾਰਟਅਪ ਕੇਂਦਰ ਬਣ ਗਿਆ ਹੈ। ਅੱਜ ਦੇਸ਼ ਵਿੱਚ 75,000 ਤੋਂ ਵੱਧ ਸਟਾਰਟਅਪ ਹਨ। ਇਹਨਾਂ 'ਚ 105 ਯੂਨੀਕੌਰਨ ਹਨ, ਜਿਨ੍ਹਾਂ ਵਿੱਚੋਂ 44 ਸਾਲ 2021 ਵਿੱਚ ਸਥਾਪਿਤ ਹੋ ਚੁੱਕੇ ਹਨ। ਯਾਨੀ ਕਿ ਤਬਾਹੀ ਦੇ ਸਮੇਂ ਵਿੱਚ ਵੀ ਭਾਰਤ ਦੇ 60 ਸਟਾਰਟਅਪਸ ਨੇ ਯੂਨੀਕੌਰਨ ਦਾ ਦਰਜਾ ਹਾਸਲ ਕੀਤਾ। ਦਿਲਚਸਪ ਗੱਲ ਇਹ ਹੈ ਕਿ IT, ਖੇਤੀਬਾੜੀ, ਹਵਾਬਾਜ਼ੀ, ਸਿੱਖਿਆ, ਊਰਜਾ, ਸਿਹਤ ਅਤੇ ਪੁਲਾੜ ਵਰਗੇ ਖੇਤਰਾਂ ਵਿੱਚ ਸਟਾਰਟਅਪਸ ਵੀ ਉੱਭਰ ਕੇ ਸਾਹਮਣੇ ਆਏ ਹਨ। ਜਦੋਂ ਦੁਨੀਆ ਦੀਆਂ ਅਰਥ ਵਿਵਸਥਾਵਾਂ ਡਗਮਗਾ ਰਹੀਆਂ ਸਨ, ਆਰਥਿਕ ਮੋਰਚੇ ਤੇ ਸਾਡੇ ਦ੍ਰਿੜ ਕਦਮਾਂ ਦੀ ਬਦੌਲਤ ਹੀ ਅਸੀਂ ਸਭ ਤੋਂ ਤੇਜ਼ੀ ਨਾਲ ਵਿਕਸਿਤ ਅਰਥ ਵਿਵਸਥਾ ਵਾਲਾ ਦੇਸ਼ ਬਣਨ ਵੱਲ ਵਧ ਰਹੇ ਹਾਂ। ਅਸੀਂ 10ਵੇਂ ਨੰਬਰ ਦੀ ਅਰਥ ਵਿਵਸਥਾ ਤੋਂ ਦੁਨੀਆ ਦੀ 5ਵੇਂ ਨੰਬਰ ਦੀ ਅਰਥ ਵਿਵਸਥਾ ਬਣ ਗਏ ਹਾਂ। ਹਾਂ, ਭਾਰਤ ਇੰਗਲੈਂਡ ਨੂੰ ਪਿੱਛੇ ਛੱਡ ਕੇ 5ਵੇਂ ਨੰਬਰ ਦੀ ਅਰਥ ਵਿਵਸਥਾ ਬਣ ਗਿਆ ਹੈ। Today, India is witnessing all-round development, be it the small, medium or the large industries. They are expanding. Vocal for local is the mantra, and it has given a fillip to Atmanirbhar Bharat. From highway to highways, there has been a phenomenal growth over the past 8 years. Whether it is road or rail, aviation or shipping,
India is on expansion spree with state-of-the-art technology, which has not only increased our efficiency and output, but also added to the ease of living for millions across the country. As a global IT hub, India's software talent has made big inroads in the sectors of artificial intelligence, robotics, nanotechnology, and the genetic sequencing. In a way, India is showcasing its potential as a role model for the entire world. UPI ਭੀਮ ਤੇ ਡਿਜੀਟਲ ਇੰਡੀਆ ਦੇ ਭੁਗਤਾਨ ਦਾ ਦਾਇਰਾ ਦੁਨੀਆ ਵਿੱਚ ਸਭ ਤੋਂ ਵੱਡਾ ਹੈ। DBT ਰਾਹੀਂ ਫੰਡਾਂ ਦੇ ਆਨਲਾਈਨ ਟ੍ਰਾਂਸਫਰ ਹੋਣ ਨਾਲ ਵਿਚੋਲਿਆਂ ਦੀ ਬੋਲਤੀ ਬੰਦ ਹੋ ਗਈ ਹੈ। ਭ੍ਰਿਸ਼ਟਾਚਾਰ ਨੂੰ ਜੜੋਂ ਪੁੱਟਣ ਦੀ ਮੁਹਿੰਮ ਚੱਲ ਰਹੀ ਹੈ ਤੇ ਅੱਜ ਆਮ ਆਦਮੀ ਨੂੰ ਤਕਨੀਕ ਰਾਹੀਂ ਆਸਾਨੀ ਨਾਲ ਸਹੂਲਤਾਂ ਮਿਲ ਰਹੀਆਂ ਹਨ। ਲੋਕਾਂ ਲਈ, ਲੋਕਾਂ ਦੁਆਰਾ ਅਤੇ ਲੋਕਾਂ ਦੀ ਸਾਡੀ ਸਰਕਾਰ ਨੇ ਇੱਕ ਸਮਾਵੇਸ਼ੀ, ਸਮਰੱਥ ਅਤੇ ਸਮਰੱਥ ਭਾਰਤ ਲਈ ਕਈ ਪਹਿਲ ਕਦਮੀਆਂ ਕੀਤੀਆਂ ਹਨ ਜੋ ਕਿ ਇੱਕ ਮੀਲ ਪੱਥਰ ਸਾਬਤ ਹੋ ਰਹੀਆਂ ਹਨ। ਹੁਣ ਜੇਕਰ ਤੁਸੀਂ ਹਾਲ ਹੀ ਦੇ ਸਮੇਂ ਵਿੱਚ ਕੋਵਿਡ ਮਹਾਮਾਰੀ ਦੇ ਖਿਲਾਫ ਚੁੱਕੇ ਗਏ ਕਦਮਾਂ ਨੂੰ ਦੇਖਦੇ ਹੋ, ਜਿੱਥੇ ਤੇਜ਼ੀ ਨਾਲ ਕਾਰਵਾਈ ਕੀਤੀ ਗਈ ਸੀ, ਤੇ ਅੱਜ ਦੇਸ਼ ਵਿੱਚ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਨੇ ਸਾਡੇ ਲੋਕਾਂ ਨੂੰ ਕੋਵਿਡ-19 ਦੇ ਵਿਰੁੱਧ ਟੀਕਾਕਰਨ ਕਰਨਾ ਸੰਭਵ ਬਣਾਇਆ ਹੈ। ਸਵੈ ਨਿਰਭਰ ਭਾਰਤ ਦੀ ਪਹਿਲਕਦਮੀ ਨੇ ਸਥਾਨਕ ਉਦਯੋਗਾਂ ਤੇ ਖਾਸ ਕਰਕੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਨਵਾਂ ਜੀਵਨ ਦਿੱਤਾ ਹੈ। ਅੱਜ ਅਸੀਂ ਰਿਕਾਰਡ ਪੱਧਰ ਤੇ ਅਨਾਜ ਦਾ ਉਤਪਾਦਨ ਕਰ ਰਹੇ ਹਾਂ। ਸਟੋਰੇਜ ਤੇ ਮਾਰਕੀਟਿੰਗ ਲਈ ਵੱਡੇ ਪ੍ਰਬੰਧ ਕੀਤੇ ਜਾ ਰਹੇ ਹਨ। ਹਰ ਘਰ ਜਲ ਦੇ ਨਵੀਨਤਾਕਾਰੀ ਸੰਕਲਪ ਦੇ ਨਤੀਜੇ ਵਜੋਂ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਵਿਵਸਥਾ ਕੀਤੀ ਗਈ ਹੈ। ਇਸ ਦਾ ਦਾਇਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਇਸ ਮੌਕੇ ਮੈਂ ਤੁਹਾਡੇ ਸਾਹਮਣੇ ਕੁਝ ਕਦਮਾਂ ਦੀ ਪਛਾਣ ਪੇਸ਼ ਕੀਤੀ ਹੈ। ਸਾਡਾ ਕਾਫਲਾ ਵੱਧਦਾ ਰਹੇਗਾ। ਦੋਸਤੋ, ਸਰਦਾਰ ਪਟੇਲ ਭਾਰਤ ਦੇ ਹਰ ਨਾਗਰਿਕ ਨੂੰ ਦੇਸ਼ ਪ੍ਰਤੀ ਜ਼ਿੰਮੇਵਾਰ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਚਾਹੁੰਦੇ ਸਨ ਕਿ ਦੇਸ਼ ਦਾ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਤੇ ਭਾਰਤੀ ਰਾਸ਼ਟਰ ਪ੍ਰਤੀ ਪੂਰੀ ਤਰ੍ਹਾਂ ਨਾਲ ਵਚਨਬੱਧ ਹੋਵੇ। ਉਹਨਾਂ ਨੇ 1946 ਵਿੱਚ ਕਲਕੱਤਾ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ਇਹ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਮਹਿਸੂਸ ਕਰੇ ਕਿ ਉਸ ਦਾ ਦੇਸ਼ ਆਜ਼ਾਦ ਹੈ ਤੇ ਇਸ ਦੀ ਆਜ਼ਾਦੀ ਦੀ ਰੱਖਿਆ ਕਰਨਾ ਉਸ ਦਾ ਫਰਜ਼ ਹੈ। ਹਰ ਭਾਰਤੀ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਉਹ ਰਾਜਪੂਤ ਹੈ, ਸਿੱਖ ਹੈ ਜਾਂ ਜਾਟ ਹੈ। ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਇੱਕ ਭਾਰਤੀ ਹੈ ਤੇ ਉਸ ਦਾ ਇਸ ਦੇਸ਼ ਵਿੱਚ ਹਰ ਅਧਿਕਾਰ ਹੈ, ਪਰ ਕੁਝ ਜ਼ਿੰਮੇਵਾਰੀਆਂ ਵੀ ਹਨ। ਇੰਨਾ ਹੀ ਨਹੀਂ, ਸਰਦਾਰ ਪਟੇਲ ਦੀ ਇੱਕ ਹੋਰ ਗੱਲ ਵੀ ਜ਼ਰੂਰੀ ਹੈ। ਸੱਤਾ ਦੀ ਅਣਹੋਂਦ ਵਿੱਚ ਭਰੋਸਾ ਵਿਅਰਥ ਹੈ। ਕੋਈ ਵੀ ਮਹਾਨ ਕੰਮ ਕਰਨ ਲਈ ਵਿਸ਼ਵਾਸ ਅਤੇ ਤਾਕਤ ਦੋਵੇਂ ਜ਼ਰੂਰੀ ਹਨ। ਅੱਜ ਭਾਰਤ ਉਹਨਾਂ ਦੇ ਦਰਸਾਏ ਮਾਰਗ 'ਤੇ ਅੱਗੇ ਵਧ ਰਿਹਾ ਹੈ। ਇਹ ਤਾਕਤ ਕਮਾ ਰਿਹਾ ਹੈ, ਤਰੱਕੀ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਸਾਡੀ ਗੱਲ ਅੱਜ ਪੂਰੀ ਦੁਨੀਆ ਵਿੱਚ ਪੂਰੇ ਭਰੋਸੇ ਨਾਲ ਸੁਣੀ ਜਾਂਦੀ ਹੈ ਅਤੇ ਅਸੀਂ ਅੱਜ ਵਿਸ਼ਵ ਗੁਰੂ ਬਣਨ ਵੱਲ ਅੱਗੇ ਵਧ ਰਹੇ ਹਾਂ। ਦੋਸਤੋ, ਮੈਨੂੰ ਦੱਸਿਆ ਗਿਆ ਹੈ ਕਿ ਇਹ ਵਕਾਰੀ ਲੈਕਚਰ ਭਾਰਤ ਦੇ ਲੋਕ ਸੇਵਾ ਪ੍ਰਸਾਰਕ ਆਕਾਸ਼ਵਾਣੀ ਵੱਲੋਂ 1955 ਤੋਂ ਹਰ ਸਾਲ 31 ਅਕਤੂਬਰ ਨੂੰ ਭਾਰਤ ਦੀ ਏਕਤਾ ਦੇ ਨਿਰਮਾਤਾ ਦੇ ਸਨਮਾਨ ਤੇ ਯਾਦ ਵਿੱਚ ਉਹਨਾਂ ਦੇ ਜਨਮ ਦਿਨ 'ਤੇ ਕਰਵਾਇਆ ਜਾਂਦਾ ਹੈ। ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਇਹ ਲੈਕਚਰ ਲੋਹ ਪੁਰਸ਼ ਦੇ ਸਨਮਾਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਮਹਾਨ ਸੁਤੰਤਰਤਾ ਸੈਨਾਨੀ ਤੇ ਸੁਤੰਤਰ ਭਾਰਤ ਦੇ ਪਹਿਲੇ ਭਾਰਤੀ ਗਵਰਨਰ ਜਨਰਲ ਸੀ ਰਾਜਗੋਪਾਲਾਚਾਰੀ ਦੁਆਰਾ ਕੀਤੀ ਗਈ ਸੀ। ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਸਾਬਕਾ ਰਾਸ਼ਟਰਪਤੀ ਡਾਕਟਰ ਜ਼ਾਕਿਰ ਹੁਸੈਨ, ਸਾਬਕਾ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ, ਡਾਕਟਰ MS ਸਵਾਮੀਨਾਥਨ, ਡਾਕਟਰ APJ ਅਬਦੁਲ ਕਲਾਮ, ਮਹਾਨ ਵਿਗਿਆਨੀ K ਕਸਤੂਰੀ ਰੰਗਨ, ਜਯੰਤ ਨਾਰਲੀਕਰ, ਨਿਆਂਕਾਰ ਨਾਨੀ S ਪਾਲਕੀਵਾਲਾ ਤੇ ਅਰੁਣ ਜੇਤਲੀ ਵਰਗੀਆਂ ਮਸ਼ਹੂਰ ਹਸਤੀਆਂ ਨੇ ਇਸ ਮੌਕੇ ਆਪਣੇ ਕੀਮਤੀ ਵਿਚਾਰ ਪ੍ਰਗਟ ਕੀਤੇ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੀ ਪਰੰਪਰਾ ਵਿੱਚ ਇਸ ਕੰਮ ਲਈ ਮੈਨੂੰ ਚੁਣਿਆ ਗਿਆ। ਇਸ ਦੇ ਲਈ ਮੈਂ ਪ੍ਰਸਾਰ ਭਾਰਤੀ ਤੇ ਆਕਾਸ਼ਵਾਣੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਦੋਸਤੋ, ਤੁਸੀਂ ਜਾਣਦੇ ਹੋ ਕਿ ਸਾਡਾ ਦੇਸ਼ ਵਿਭਿੰਨਤਾ ਨਾਲ ਭਰਿਆ ਹੋਇਆ ਹੈ। ਸਾਡੀਆਂ ਭਾਸ਼ਾਵਾਂ ਬਹੁਤ ਹਨ, ਸਾਡਾ ਪਹਿਰਾਵਾ ਤੇ ਭੋਜਨ ਵੱਖ-ਵੱਖ ਹੈ, ਫਿਰ ਵੀ ਅਸੀਂ ਇੱਕ ਹਾਂ। ਸਾਡੀ ਸੰਸਕ੍ਰਿਤੀ ਇੱਕ ਹੈ। ਸਰਦਾਰ ਪਟੇਲ ਦਾ ਵਿਸ਼ਵਾਸ ਸੀ ਕਿ ਏਕਤਾ ਲਈ ਦੇਸ਼ ਨੂੰ ਆਪਣੇ ਸੱਭਿਆਚਾਰਾਂ, ਭਾਸ਼ਾਵਾਂ ਤੇ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦੀ ਲੋੜ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਪਟੇਲ ਦੀ 140ਵੀਂ ਜਯੰਤੀ ਨੂੰ ਮੁੱਖ ਰੱਖ ਕੇ 2015 'ਚ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਤਹਿਤ
ਉੱਤਰਾਖੰਡ ਨੂੰ ਜਿੱਥੇ ਕਰਨਾਟਕ ਨਾਲ ਜੋੜਿਆ ਗਿਆ, ਉੱਥੇ ਤਾਂ ਗੋਆ ਨੂੰ ਝਾਰਖੰਡ ਨਾਲ। ਇਸੇ ਤਰ੍ਹਾਂ ਰਾਜਾਂ ਦੀ ਜੁਗਲਬੰਦੀ ਕੀਤੀ ਗਈ ਹੈ ਤਾਂ ਕਿ ਉੱਥੋਂ ਦੇ ਲੋਕ ਇੱਕ ਦੂਜੇ ਦੇ ਨੇੜੇ ਆ ਸਕਣ, ਭਾਰਤ ਦੀ ਏਕਤਾ ਨੂੰ ਮਜ਼ਬੂਤ ਕਰ ਸਕਣ। ਸਰਦਾਰ ਪਟੇਲ ਨੇ ਇੱਕ ਇੱਟ ਜੋੜ ਕੇ ਭਾਰਤ ਦਾ ਨਿਰਮਾਣ ਕੀਤਾ ਹੈ। ਅੱਜ ਦੀ ਨੌਕਰਸ਼ਾਹੀ ਵੀ ਉਹਨਾਂ ਦੀ ਹੀ ਦੇਣ ਹੈ। ਜਰਮਨ ਰਾਜਨੀਤੀ ਵਿਗਿਆਨੀ ਮੈਕਸ ਵੇਬਰ ਨੇ ਨੌਕਰਸ਼ਾਹੀ ਨੂੰ ਲੋਕਤੰਤਰ ਦਾ ਸਟੀਲ ਫਰੇਮ ਕਿਹਾ ਹੈ। ਉਹ ਭਾਰਤੀ ਨਹੀਂ ਸੀ। ਉਹਨਾਂ ਦੀ ਪ੍ਰੇਰਣਾ ਨਾਲ ਹੀ ਅੱਜ ਨਰਿੰਦਰ ਮੋਦੀ ਜੀ ਦੇ ਸ਼ਾਸਨ ਵਿੱਚ ਨਾਗਰਿਕ ਸੇਵਾਵਾਂ ਨੂੰ ਸਰਵੋਤਮ ਮੰਨਿਆ ਜਾ ਰਿਹਾ ਹੈ। ਹੁਣ ਸਾਡੀ ਸਰਕਾਰ ਇਹ ਮੰਨਦੀ ਹੈ ਕਿ ਲਾਸਟ ਮਾਈਲ ਡਿਲੀਵਰੀ ਦਾ ਕੋਈ ਵਿਕਲਪ ਨਹੀਂ ਹੈ। Friends, Sardar Patel had vowed on 13th November 1947 to reconstruct the Somnath temple and restore its glory. In keeping with his ideas, Prime Minister Narendra Modi has led from the front, and from Somnath temple to Kashi Vishwanath corridor project to Mahakal Ujjain to the Grand Ram Mandir in Ayodhya have been reconstructed and transformed. From the Char Dham Yatra to the Ramayana circuit to the Buddhist circuit, India's rich cultural heritage, ethos and spiritual values are an embodiment of its tenets of unity in diversity. As the proud nation celebrates Azadi Ka Amrit Mahotsav, our culture, linguistic, literary and cinematic prowess stand out. It has been a befitting tribute to our world of cinema that India was the country of honor at the 75th Cannes Film Festival this year. We are out to showcase India as the content hub of the world at the IFFI Goa and other global events. In the sporting arena, the whole new generation of sporting icons have emerged thanks to the efforts put forward by all the stakeholders. India made a record haul of medals in Tokyo Olympics, and for the first time we had a gold medal in javelin throw with a stellar performance by none other than Neeraj Chopra. Air shuttlers PV Sindhu and Lakshya Sen were crowning glories for India. A young resurgent sporting India is here to prove. ਦੋਸਤੋ, ਸਰਦਾਰ ਪਟੇਲ ਦਾ ਇੱਕ ਬਿਆਨ ਮੈਨੂੰ ਯਾਦ ਆ ਰਿਹਾ ਹੈ। ਉਹਨਾਂ ਕਿਹਾ ਸੀ ਕਿ ਕੰਮ ਦਾ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਉਸ ਵਿੱਚ ਮੁਸੀਬਤ ਹੋਵੇ। ਮੁਸੀਬਤ ਵਿੱਚ ਕੰਮ ਕਰਨਾ ਬਹਾਦਰਾਂ ਦਾ ਕੰਮ ਹੈ, ਮਰਦਾਂ ਦਾ ਕੰਮ ਹੈ। ਕਾਇਰ ਤਾਂ ਮੁਸੀਬਤਾਂ ਤੋਂ ਡਰਦੇ ਹਨ। ਅਸੀਂ ਕਾਇਰ ਨਹੀਂ, ਸਾਨੂੰ ਮੁਸੀਬਤਾਂ ਤੋਂ ਡਰਨਾ ਨਹੀਂ ਚਾਹੀਦਾ। ਸਾਡਾ ਮਨੋਰਥ ਵੀ ਇਹੀ ਹੈ ਕਿ ਚੁਣੌਤੀਆਂ ਨਾਲ ਜੂਝਦੇ ਹੋਏ ਸਰਦਾਰ ਪਟੇਲ ਦੇ ਸੁਪਨਿਆਂ ਦੇ ਆਧਾਰ ਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਨਿਰਮਾਣ। Friends, I would like to sum up with this edition of Sardar Patel Memorial Lecture by recollecting our Prime Minister's tributes to the Iron Man of India. And I quote, Sardar Patel always wanted India to be capable, inclusive, sensitive, alert, humble and developed. Sardar Patel does not just live in history but in the hearts of all Indians. I unquote. Abhar, Jai Hind, Jai Bharat.